ਸਤਿ ਸ਼੍ਰੀ ਅਕਾਲ। ਹੁਣ ਵੇਖ ਰਹੇ ਹੋ ਤੁਸੀਂ ਤੇ ਮੈਂ ਰਮਨਦੀਪ ਕੌਰ। ਅੱਜ ਸਾਡੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਨੇ ਕਸ਼ਮੀਰ ਤੋਂ ਭੈਣ ਜੀ ਜਗਮੀਤ ਕੌਰ ਬਾਲੀ ਜੀ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਹੋਂਦ ਦੇ ਉੱਤੇ ਸਵਾਗਤ ਕਰਦੀ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਭੈਣ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ। ਔਰ ਧੰਨਵਾਦ ਵੀ ਹੈ ਤੁਸੀਂ ਆਪਣੇ ਬਿਜ਼ੀ ਸਕੈਜੂਅਲ ਦੇ ਵਿੱਚੋਂ ਜਿਹੜਾ ਸਾਡੇ ਲਈ ਟਾਈਮ ਕੱਢਿਆ ਹੈਗਾ, ਕਿਉਂਕਿ ਪਿਛਲੇ ਦਿਨੀ ਹੀ ਤੁਸੀਂ LG ਮਨੋਜ ਸਿਨਹਾ ਸਾਹਿਬ ਨੂੰ ਮਿਲੇ ਹੋ। ਔਰ ਇੱਕ ਉਮੀਦ ਵੱਧ ਜਾਂਦੀ ਹੈ ਸਾਡੀ ਮਾਈਨੋਰਿਟੀ, ਕਿਉਂਕਿ ਅਸੀਂ ਕਸ਼ਮੀਰ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਆ, ਤਾਂ ਸਾਨੂੰ ਇੱਦਾਂ ਹੁੰਦਾ ਹੈ ਕਿ ਚਲੋ ਕੋਈ ਨਾ ਕੋਈ ਤਾਂ ਸਾਡੀ ਮਾਈਨੋਰਿਟੀ ਦੇ ਲਈ, ਸਾਡੀ ਕਮਿਊਨਿਟੀ ਦੇ ਲਈ ਕੋਈ ਗੱਲ ਕਰਨ ਗਿਆ ਕਿਤੇ ਪ੍ਰਸ਼ਾਸਨ ਤੱਕ, ਤਾਂ ਕੀ ਗੱਲ ਰਹੀ ਇਹ ਵੀ ਹਰੇਕ ਨੂੰ ਜਾਣਨ ਦੀ ਬਹੁਤ ਜ਼ਰੂਰੀ ਹੁੰਦਾ। ਕਿਉਂਕਿ ਮੈਨੂੰ ਤਾਂ ਲੱਗਦਾ ਕਿ ਬਹੁਤ ਚੰਗੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਆਪਦੀ ਕਮਿਊਨਿਟੀ ਦੇ ਪ੍ਰਤੀ ਜਾਂ ਜਿਹੜੇ ਤੁਹਾਨੂੰ ਸਵਾਲ ਪੁੱਛਦੇ ਨੇ ਉਹਨਾਂ ਸਵਾਲਾਂ ਦਾ ਪੁੱਛਣਾ ਕਿੰਨਾ ਜ਼ਰੂਰੀ ਹੁੰਦਾ। ਕਿ ਇਹ ਹੁੰਦਾ ਕਿ ਹਾਂ ਅਸੀਂ ਧਿਆਨ ਦੇ ਰਹੇ ਹਾਂ ਕਿ ਸਾਨੂੰ ਕਿਹੜੇ ਵਕਤ ਤੇ ਕੀ ਤੇ ਕਦੋਂ ਚਾਹੀਦਾ ਹੈ, ਰਾਈਟ। ਤੇ ਇਸ ਸਮੇਂ ਤੁਸੀਂ ਆਲ ਇੰਪਲਾਈਜ਼ ਜੁਆਇੰਟ ਐਸੋਸੀਏਸ਼ਨ ਕਸ਼ਮੀਰ ਦੇ ਰਾਹੀਂ ਇੱਕ ਐਸੋਸੀਏਸ਼ਨ ਹੈ ਜਿਸ ਦੇ ਰਾਹੀਂ ਤੁਸੀਂ ਮਾਈਨੋਰਿਟੀਜ਼ ਦੇ ਮੁੱਦਿਆਂ ਨੂੰ ਚੱਕ ਰਹੇ ਹੋ, ਰਾਈਟ। ਤੇ ਉਸ ਦੇ ਨਾਲ ਹੀ ਤੁਸੀਂ ਸਿੱਖ ਕਮਿਊਨਿਟੀ ਦੇ ਖਾਸ ਤੌਰ ਤੇ ਜਿਹੜੇ ਮੁੱਦਿਆਂ ਨੂੰ ਅੱਗੇ ਲੈ ਕੇ ਜਾ ਰਹੇ ਹੋ, ਉਹ ਮੁੱਦੇ ਹੱਲ ਕਦੋਂ ਹੁੰਦੇ ਨੇ, ਚਲੋ ਇੱਕ ਸਮਾਂ ਹੀ ਦੱਸੇਗਾ, ਹਨਾ। ਤੇ ਪਿਛਲੇ ਦਿਨ ਹੀ ਮੈਂ ਤੁਹਾਡੇ ਫੋਟੋਗ੍ਰਾਫਸ ਦੇਖੇ ਸੀ ਸੋਸ਼ਲ ਮੀਡੀਆ ਦੇ ਰਾਹੀਂ ਕਿ ਤੁਸੀਂ LG ਮਨੋਜ ਸਿਨਹਾ ਸਾਹਿਬ ਨੂੰ ਮਿਲਿਓ ਮਾਈਨੋਰਿਟੀ ਦੇ ਮੁੱਦਿਆਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲਬਾਤ ਉਹੀ ਰਹੇਗੀ ਕਿ ਕੀ ਉਹ ਵਿਸ਼ੇ ਸਨ ਔਰ ਕਿਹੜੇ ਉਹ ਜਿਹੜੇ ਤੁਸੀਂ ਸਮਝਦੇ ਹੋ ਕਿ ਪਹਿਲ ਦੇ ਆਧਾਰ ਦੇ ਉੱਤੇ ਮੁੱਦੇ ਨੇ ਜਿਹੜੇ ਕਸ਼ਮੀਰ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਈਨੋਰਿਟੀ ਦੇ ਹੱਲ ਹੋਣੇ ਚਾਹੀਦੇ ਨੇ। ਤਾਂ ਮਨੋਜ ਸਿਨਹਾ ਸਾਹਿਬ ਦੇ ਨਾਲ ਜੋ ਤੁਸੀਂ ਗੱਲਬਾਤ ਕੀਤੀ ਉਹਦੇ ਬਾਰੇ ਵਿੱਚ ਜ਼ਰੂਰ ਜਾਣਨਾ ਚਾਹਾਂਗੇ। ਰਮਨ ਜੀ, ਫਸਟ ਆਫ ਆਲ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਹੇਅਰ। ਮੈਂ ਸਟਾਰਟ ਕਰਾਂਗੀ ਬੀਇੰਗ ਮਾਈਨੋਰਿਟੀ ਪ੍ਰੈਜ਼ੀਡੈਂਟ ਫॉर ਟੂ ਆਰਗੇਨਾਈਜੇਸ਼ਨ। ਸਾਡੀ ਦੋ ਆਰਗੇਨਾਈਜੇਸ਼ਨਸ ਰਨ ਕਰ ਰਹੀ ਨੇ। ਇੱਕ ਤੇ ਹੈ ਆਲ ਸਿੱਖ ਮਾਈਨੋਰਿਟੀ EMPLOYEES ਐਸੋਸੀਏਸ਼ਨ ਕਸ਼ਮੀਰ, ਜਿਹੜੀ ਕਿ ਪਹਿਲੀ ਆਰਗੇਨਾਈਜੇਸ਼ਨ ਹੈ ਜਿਹੜੀ ਪਾਰਟਿਕੂਲਰਲੀ ਸਰਦਾਰ ਕਮਿਊਨਿਟੀ ਦੇ ਇਸ਼ੂਜ਼ ਲਈ ਬਣਾਈ ਗਈ ਹੈ। ਕਿਉਂ ਪੋਸਟ ਅਸਾਸੀਨੇਸ਼ਨ ਹੋਈ ਜਦ ਸਾਡੇ ਪ੍ਰਿੰਸੀਪਲ ਸੁਪਿੰਦਰ ਕੌਰ ਜੀ ਦੇ ਅਸਾਸੀਨੇਸ਼ਨ ਤੋਂ ਬਾਅਦ ਸਾਨੂੰ ਲੱਗਿਆ ਕਿ ਸਾਡੀ ਕਮਿਊਨਿਟੀ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੇ ਜਿਹੜੇ ਮਾਈਨੋਰਿਟੀ EMPLOYEES ਨੇ ਉਹ ਵੱਖ-ਵੱਖ ਜਗ੍ਹਾ ਤੇ ਡਿਊਟੀਜ਼ ਚਾਹੁੰਦੇ ਸੀ, ਇੱਕ ਸਿਕਿਉਰਿਟੀ ਥ੍ਰੈਟ ਸੀ। ਤੇ ਸਾਡਾ ਪ੍ਰਾਇਮਰੀ ਫੋਕਸ ਇਹ ਰਿਹਾ ਕਿ ਜਿਹੜੇ ਸਾਡੇ ਮਾਈਨੋਰਿਟੀ EMPLOYEES ਵੱਖ-ਵੱਖ ਜਗ੍ਹਾ ਤੇ ਪੋਸਟਡ ਨੇ ਉਹਨਾਂ ਨੂੰ ਇੱਕ ਸੇਫ ਡੈਸਟੀਨੇਸ਼ਨ ਤੇ ਲੈ ਕੇ ਆਈਏ। ਇਹਦੇ ਵਿੱਚ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਤੇ ਦੇ ਮੇਡ ਇਟ ਸ਼ੋਰ ਕਿ ਉਹ ਡਿਸਟ੍ਰਿਕਟ ਹੈਡਕੁਆਰਟਰਸ ਤੇ ਆਲ ਮਾਈਨੋਰਿਟੀਜ਼ ਨੂੰ ਲੈ ਕੇ ਆਉਣ। ਉਹ ਉਸ ਟਾਈਮ ਦਾ ਇੱਕ ਫੋਕਸ ਸੀ ਸਾਡਾ। ਬਟ ਵਿਦ ਦ ਪੈਸੇਜ ਆਫ ਟਾਈਮ ਸਾਨੂੰ ਲੱਗਿਆ ਕਿ ਇਹ ਸਿਰਫ ਸੇਫ ਪੋਸਟਿੰਗਸ ਲਈ ਨਹੀਂ ਹੈ। ਸਾਡੇ ਮਸਲੇ ਬੜੇ ਨੇ, ਅੱਜ ਤੱਕ ਕਦੇ ਕਿਸੇ ਨੇ ਸੁਣੇ ਨਹੀਂ ਨੇ। ਤੇ ਉਹਦੇ ਲਈ ਵਰਕਆਊਟ ਕਰਨ ਲਈ ਅਸੀਂ ਇੱਕ ਬੋਡੀ ਬਣਾਈ ਜਿਹਦੇ ਵਿੱਚ ਸਾਡੀ all minorities which includes non-PM package, ਸਾਡੇ ਰਿਜ਼ਰਵ ਕੈਟਾਗਰੀ EMPLOYEES, ਸਾਡੇ ਸਰਦਾਰ ਕਮਿਊਨਿਟੀ ਦੇ ਵਿੱਚ ਵਰਕਿੰਗ ਕਲਾਸ ਜਿਹੜੀ ਹੈ ਸਾਡੀ EMPLOYE ਕਮਿਊਨਿਟੀ, ਤੇ ਇੱਕ ਕਲੱਬ ਬਣਾਇਆ ਸਾਡਾ ਜਿਹਦਾ ਬੈਨਰ ਰਿਹਾ All EMPLOYEES Joint Association ਕਸ਼ਮੀਰ। ਇਸ ਬੈਨਰ ਦੇ ਅੰਡਰ ਅਸੀਂ ਕਾਫੀ ਸਾਰੇ ਮੁੱਦੇ ਸਰਕਾਰ ਅੱਗੇ ਲੈ ਕੇ ਗਏ, ਨੈਸ਼ਨਲ ਲੈਵਲ ਤੇ ਵੀ ਲੈ ਕੇ ਗਏ ਤੇ ਸਾਡੇ UT ਲੈਵਲ ਤੇ ਵੀ ਲੈ ਕੇ ਗਏ। we were like lucky enough ਕਿ ਸਾਡੇ honorable LG ਸਰ ਸ਼੍ਰੀ ਮਨੋਜ ਸਿਨਹਾ ਜੀ ਨੇ ਸਾਨੂੰ ਅਪਾਇੰਟਮੈਂਟ ਦਿੱਤਾ ਤੇ ਬੜੀ ਪੇਸ਼ੈਂਟ ਹੀਅਰਿੰਗ ਕੀਤੀ, ਸਾਨੂੰ ਟਾਈਮ ਦਿੱਤਾ। ਸਾਡੀ ਮੀਟਿੰਗ ਜਿਹੜੀ ਹੈ ਉਹ 15 ਮਿੰਟਸ ਲਈ ਸੀ, ਬਟ ਫੋਰਚੂਨੇਟਲੀ ਉਹ ਬੜੀ ਲੰਬੀ ਚਲੀ ਤੇ ਸਰ ਨੇ ਇਮੀਡੀਏਟ ਰਿਡਰਸਲ ਆਫ ਆਵਰ ਪ੍ਰੋਬਲਮ, ਸਾਡੇ ਜਿਹੜੇ 10 ਮੁੱਦੇ ਸੀ ਉਹਦੇ ਚੋਂ 8 ਮੁੱਦੇ ਸਾਡੇ ਐਟ ਦ ਸਪੌਟ ਜਿਹੜੇ ਹਨ ਉਹ ਸਰ ਨੇ ਨੋਟਿਸ ਲਿੱਤੇ ਐਂਡ ਇਮੀਡੀਏਟਲੀ ਉਹਨਾਂ ਦਾ ਰਿਡਰਸਲ ਦਿੱਤਾ। ਇਹ ਮੁੱਦੇ ਸਾਡੇ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਕਿ ਕਿਹੜੇ ਮੁੱਦੇ ਸਨ। ਫਰਸਟਲੀ ਇਟ ਵਾਸ ਕਿ ਸਾਡੀ ਮਾਈਨੋਰਿਟੀ ਪੋਸਟਿੰਗਸ ਦੇ ਲਈ ਬੜਾ ਇਸ਼ੂ ਚੱਲ ਰਿਹਾ ਸੀ, ਕਿਉਂਕਿ ਮਾਈਨੋਰਿਟੀਜ਼ ਹਾਲੇ ਵੀ ਕਾਫੀ ਦੂਰ ਤੱਕ ਜਾਂਦੇ ਸਨ ਤੇ ਸਰ ਨੇ ਆਨਰੇਬਲ ਡਿਵਕਾਮ ਸਰ ਨੂੰ ਇਨਸਟਰਕਸ਼ਨਸ ਪਾਸ ਕੀਤੇ ਕਿ ਇਮੀਡੀਏਟਲੀ ਉਹਨਾਂ ਨੂੰ ਤੁਸੀਂ ਸੇਫ ਡੈਸਟੀਨੇਸ਼ਨਸ ਤੇ ਲੈ ਕੇ ਆਓ। ਸੈਕੰਡਲੀ ਸਾਡਾ ਜਿਹੜਾ ਬਾਰਾਮੂਲਾ ਇੰਜੀਨੀਅਰ ਸਾਹਿਬ ਦੀ ਡੈਥ ਤੋਂ ਬਾਅਦ ਇੱਕ ਅਨਈਜ਼ੀ ਕਾਮ ਸੀ ਸਾਡਾ। ਡੈਥ ਕਿ ਆਈ ਸ਼ੁਡ ਨਾਟ ਸੇ ਡੈਥ, ਇਟਸ ਮਿਸਟੀਰੀਅਸ ਕਿਲਿੰਗ, ਜਿਹਦਾ ਅਜੇ ਸਾਨੂੰ ਪਤਾ ਨਹੀਂ ਹੈ ਕਿ ਕੀ ਵਾਪਰਿਆ ਉਹਨਾਂ ਦੇ ਨਾਲ। ਵੈਰੀ ਅਨਫੋਰਚੂਨੇਟ ਥਿੰਗ ਹੈਪਨ। ਤੇ ਉਸ ਇੰਸੀਡੈਂਟ ਤੋਂ ਬਾਅਦ ਨਾ ਹਰ EMPLOYEE ਜਿਹੜਾ ਵੀ ਹੈ, ਗਵਰਨਮੈਂਟ EMPLOYEE ਹੈ, ਉਹਦੇ ਵਿੱਚ ਇੱਕ ਫੇਅਰ ਸਾਈਕੋਸਿਸ ਆ ਗਿਆ, ਇੱਕ ਫੇਅਰ ਫੈਕਟਰ ਆ ਗਿਆ। ਤੇ ਸਾਡੇ 'ਚ ਸੀ ਇਹ ਹੋਇਆ ਕੀ, ਕਿਉਂਕਿ ਕਾਫੀ ਆਫਿਸਿਸ ਵਿੱਚ ਸਾਡੇ ਸਰਦਾਰ ਕਮਿਊਨਿਟੀ, ਅਦਰ ਕਮਿਊਨਿਟੀ, ਮਾਈਨੋਰਿਟੀ ਕਮਿਊਨਿਟੀ ਵਰਕ ਕਰ ਰਹੀ ਹੈ, ਜਿਹੜੇ
ਅੰਡਰ ਪ੍ਰੈਸ਼ਰ ਨੇ ਤੇ ਉਹਨਾਂ ਦੀ ਆਵਾਜ਼ ਕਿਤੇ ਉਹ ਆਊਟ ਆਫ ਫੇਅਰ ਆਪਣੇ ਸੀਨੀਅਰਸ ਨੂੰ ਨਹੀਂ ਦੱਸ ਸਕਦੇ, ਆਪਣੇ ਕਲੀਗਸ ਨਾਲ ਡਿਸਕਸ ਨਹੀਂ ਕਰ ਸਕਦੇ। ਤੇ ਅਸੀਂ ਕੀ ਕੀਤਾ, ਸਾਡੇ ਰਾਹੀਂ ਇੱਕ ਨੰਬਰ ਫਲੋਟ ਹੋਇਆ ਤੇ ਦੈਟ ਵਾਸ ਅ ਡਿਸਟ੍ਰੈਸ ਨੰਬਰ। ਇਮੀਡੀਏਟਲੀ ਇੰਜੀਨੀਅਰ ਸਾਹਿਬ ਦੀ ਜਿਹੜੀ ਡੈਥ ਹੈ, ਮਿਸਟੀਰੀਅਸ ਡੈਥ ਹੈ, ਉਹਨਾਂ ਦੀ ਡੈਥ ਤੋਂ ਬਾਅਦ ਸਾਡਾ ਨੰਬਰ ਫਲੋਟ ਹੋਇਆ ਤੇ ਬਿਲੀਵ ਮੀ ਸਾਨੂੰ ਨਾ ਪਰ ਡੇ 10 to 15 ਕਾਲਸ ਆਏ ਫਰੋਮ ਮਾਈਨੋਰਿਟੀ ਕਮਿਊਨਿਟੀ, ਜਿਹਦੇ ਚ ਡਿਸਟ੍ਰੈਸਡ EMPLOYEES ਸਨ ਜਿਹੜੇ ਕਹਿੰਦੇ ਸਨ ਕਿ ਅਸੀਂ ਪਬਲਿਕਲੀ ਆ ਕੇ ਇਹ ਗੱਲ ਅੱਗੇ ਨਹੀਂ ਰੱਖ ਸਕਦੇ ਬਿਕਾਜ਼ ਵੀ ਆਰ ਵਰਕਿੰਗ ਹੇਅਰ, ਵੀ ਆਰ ਵਰਕਿੰਗ ਇਨ ਜੰਮੂ ਐਂਡ ਕਸ਼ਮੀਰ, ਕਿ ਸਾਡਾ ਸਿਨੈਰੀਓ ਜਿਹੜਾ ਇਧਰ ਦਾ ਹੈ, ਸਿਕਿਉਰਿਟੀ ਸਿਨੈਰੀਓ ਟੋਟਲੀ ਡਿਫਰੈਂਟ ਹੈ। ਤੇ ਅਸੀਂ ਉਹ ਗੱਲ ਵੀ ਸਰ ਵੱਲ ਲੈ ਕੇ ਗਏ। ਤੋ ਆਨਰੇਬਲ LG ਸਰ ਨੇ ਇਮੀਡੀਏਟਲੀ ਇੱਕ ਗ੍ਰੀਵੈਂਸ ਸੈੱਲ ਕ੍ਰੀਏਟ ਕੀਤਾ ਵਿਚ ਵਿਲ ਬੀ ਡਾਇਰੈਕਟਲੀ ਲਿੰਕਡ ਵਿਦ LG ਆਫਿਸ ਐਂਡ ਸਾਡੇ ਡਿਵਕॉम ਆਫਿਸ ਨਾਲ ਉਹਦਾ ਡਾਇਰੈਕਟ ਕਨੈਕਸ਼ਨ ਰਹੇਗਾ। ਤੇ that I'll tell you the numbers also, somebody will have I'll share the numbers as well। ਤੇ ਦੂਜਾ ਮਸਲਾ ਸੀ ਸਾਡਾ, ਅੱਜ ਤੱਕ ਸਾਡੇ ਲਈ ਮਾਈਨੋਰਿਟੀ ਲਈ ਕਦੇ ਵੀ ਨੋਡਲ ਆਫਿਸਰਸ ਨਹੀਂ ਬਣਾਏ ਗਏ। we have PM package ਵਾਲੇ EMPLOYEES ਜਿਹੜੇ ਜੰਮੂ ਤੋਂ ਆਏ ਨੇ ਕਸ਼ਮੀਰ ਵਿੱਚ ਸਰਵ ਕਰ ਰਹੇ ਨੇ, ਬੜੇ ਡਿਫਿਕਲਟ ਹਾਲਾਤ ਵਿੱਚ ਉਹ ਸਰਵ ਕਰ ਰਹੇ ਨੇ ਤੇ ਉਹਨਾਂ ਨੂੰ ਈਜ਼ ਆਊਟ ਕਰਨ ਲਈ, ਉਹਨਾਂ ਦੀ ਪ੍ਰੋਬਲਮ ਸੁਣਨ ਲਈ ਇੱਕ ਗ੍ਰੀਵੈਂਸ ਸੈੱਲ ਕ੍ਰੀਏਟ ਕੀਤਾ ਗਿਆ। ਤੇ ਜਦ ਇੱਕ ਪਾਰਟਿਕੂਲਰ ਸੈਕਸ਼ਨ ਲਈ ਗ੍ਰੀਵੈਂਸ ਸੈੱਲ ਕ੍ਰੀਏਟ ਕੀਤਾ ਗਿਆ ਤੇ ਸਾਡੇ ਲਈ ਵੀ ਸਾਡੀ ਵੀ ਮੰਗ ਬਣ ਗਈ ਕਿ ਸਰ ਹਮਾਰੇ ਲਈ ਵੀ ਗ੍ਰੀਵੈਂਸ ਸੈੱਲ ਹੋ। ਤੇ ਇਮੀਡੀਏਟਲੀ ਸਾਡੇ ਲਈ ਵੀ ਹੁਣ ਜਿਹੜਾ ਵੀ ਆਰਡਰ ਆ ਰਿਹਾ ਹੈ that grievance cell is functional for all the minorities। ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਲਈ ਵੀ ਅਗਰ ਸਾਨੂੰ ਕੋਈ ਪ੍ਰੋਬਲਮ ਹੈ ਤੇ ਸਾਡੇ ਲਈ ਹੁਣ ਗ੍ਰੀਵੈਂਸ ਸੈੱਲ ਹੈ ਤੇ ਉਹਨਾਂ ਦੇ ਆਫਿਸਰਸ ਦੇ ਨੰਬਰਸ ਅਸੀਂ ਆਲਰੇਡੀ ਗਰੁੱਪਸ ਵਿੱਚ ਕਾਫੀ ਜਗ੍ਹਾ ਫਲੋਟ ਕਰ ਦਿੱਤੇ ਨੇ। ਤੁਹਾਡੇ ਚੈਨਲ ਦੇ ਰਾਹੀਂ ਵੀ ਮੈਂ ਤੁਹਾਡੇ ਨਾਲ ਨੰਬਰ ਸ਼ੇਅਰ ਕਰਾਂਗੀ ਤਾਂ ਕਾਈਂਡਲੀ ਤੁਸੀਂ ਉਹ ਵੀ ਸ਼ੇਅਰ ਕਰਦੇ ਹੋ ਜੀ। ਤੇ ਇੱਕ ਬੜਾ ਮਸਲਾ ਚੱਲ ਰਿਹਾ ਸੀ ਸਾਡੇ ਸ਼੍ਰੀਨਗਰ ਟ੍ਰਾਂਸਫਰ ਹੋਏ ਦੇ ਐਜੂਕੇਸ਼ਨ, ਪਾਰਟਿਕੂਲਰਲੀ ਐਜੂਕੇਸ਼ਨ ਡਿਪਾਰਟਮੈਂਟ ਦੇ EMPLOYEES ਦੇ ਰਾਹੀਂ। ਉਹ ਇਹ ਸੀ ਕਿ ਉਹਨਾਂ ਦੇ HRAs ਤੇ ਉਹਨਾਂ ਦੀ ਐਬਜ਼ੌਰਪਸ਼ਨ, there were only 37 EMPLOYEES ਜਿਨ੍ਹਾਂ ਦਾ HRA ਰੁਕ ਗਿਆ ਕਿ ਪਹਿਲੇ ਕੁਝ ਦਿਨ ਮਿਲਿਆ, ਕੁਝ ਮੰਥਸ ਮਿਲਿਆ ਤੇ ਲੇਟਰ ਔਨ ਉਹ HRA ਸਟਾਪ ਕਰ ਦਿੱਤਾ ਗਿਆ। ਤੇ ਇਹ ਵੀ ਇੱਕ ਸਾਨੂੰ ਡਿਸਕ੍ਰਿਮੀਨੇਸ਼ਨ ਲੱਗਿਆ ਕਿ ਅੱਧੀ ਸਿਟੀ ਨੂੰ HRA ਮਿਲ ਰਿਹਾ ਹੈ ਤੇ ਅੱਧੀ ਸਿਟੀ ਇਜ਼ ਵਿਦਆਊਟ HRA। ਤੇ ਆਨਰੇਬਲ LG ਸਰ ਤੇ ਹੋਰ ਐਡਮਿਨਿਸਟ੍ਰੇਟਿਵ ਸਾਡੇ ਪ੍ਰਿੰਸੀਪਲ ਸੈਕਟਰੀ ਅਲੋਕ ਕੁਮਾਰ ਸਰ ਨੇ ਇਹਦੇ ਵਿੱਚ ਬੜਾ ਪਰਸਨਲੀ ਇੰਟਰਵੀਨ ਕੀਤਾ ਤੇ ਸਾਡਾ ਉਹ ਇਸ਼ੂ ਵੀ ਰਿਜ਼ੋਲਵ ਹੋ ਗਿਆ। ਹੁਣ ਕੱਲ ਹੀ ਸਾਡੀ ਮੀਟਿੰਗ ਹੋਈ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਆਫਿਸ 'ਚ ਤੇ ਉਹਨਾਂ ਨੇ ਕਲੀਅਰ ਕੱਟ ਇਨਸਟਰਕਸ਼ਨਸ ਪਾਸ ਕਰ ਦਿੱਤੇ ਨੇ ਕਿ ਉਹ EMPLOYEES ਵੀ ਹੁਣ HRA ਦੇ ਹੱਕਦਾਰ ਨੇ ਜਿਨ੍ਹਾਂ ਦੇ HRA ਸਟਾਪ ਕੀਤਾ ਗਿਆ ਸੀ ਜੀ। ਜਿੱਦਾਂ ਤੁਸੀਂ ਆਪਾਂ ਗੱਲ ਕੀਤੀ ਹੈ ਕਿ ਹਨਾ EMPLOYEES ਦੇ ਹੀ ਜਿਹੜੇ ਮਾਈਨੋਰਿਟੀ ਦੇ ਵਿੱਚ EMPLOYEES ਨੇ ਵੱਖ-ਵੱਖ ਜਗ੍ਹਾ ਤੇ ਕੰਮ ਕਰ ਰਹੇ ਨੇ, ਚਾਹੇ ਉਹ ਦੂਰ ਕਿਤੇ ਵੀ ਹੋਣ, ਉਹਨਾਂ ਦੇ ਮਸਲੇ ਜਿਹੜੇ ਉਹ ਇਸ ਐਸੋਸੀਏਸ਼ਨ ਦੇ ਰਾਹੀਂ ਜਿਹੜੇ ਚੁੱਕੇ ਜਾਂਦੇ ਨੇ। ਤੇ ਭੈਣ ਜੀ ਤੁਸੀਂ ਕੀ ਦੇਖਦੇ ਹੋ ਇਹ ਐਸੋਸੀਏਸ਼ਨ ਬਣਨ ਦੇ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕਿਆ ਉਹ ਜੋ ਚੀਜ਼ ਤੁਸੀਂ ਸੋਚ ਕੇ ਚੱਲੇ ਹੋ, ਰਾਈਟ, ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਹਿਸਾਬ ਦੇ ਨਾਲ ਸਮੇਂ ਦੇ ਅਨੁਸਾਰ ਹੋ ਰਿਹਾ ਹੈਗਾ ਕਿ ਉਹ EMPLOYEES ਜਿਹੜੇ ਮਾਈਨੋਰਿਟੀ ਦੇ ਵਿੱਚ ਜਿਨ੍ਹਾਂ ਦੇ ਨਾਲ, ਜਿੱਦਾਂ ਤੁਸੀਂ ਪ੍ਰਿੰਸੀਪਲ ਸੁਰਿੰਦਰ ਕੌਰ ਉਹਨਾਂ ਦੀ ਗੱਲ ਕੀਤੀ ਹੈ, ਸਾਡੇ ਇੰਜੀਨੀਅਰ ਗੁਰਮੀਤ ਸਿੰਘ ਜੀ, ਰਾਈਟ, ਉਹਨਾਂ ਦੇ ਨਾਲ ਜੋ ਵੀ ਹੈ, ਹੋਰ ਵੀ ਮਾਈਨੋਰਿਟੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਉੱਥੇ EMPLOYEES ਨੇ ਜਿਨ੍ਹਾਂ ਦੇ ਨਾਲ ਕੁਛ ਨਾ ਕੁਛ ਕਿਤੇ ਨਾ ਕਿਤੇ ਵਾਪਰਿਆ ਹੀ ਹੋਣਾ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਜ਼ਰੂਰਤ ਇਹੋ ਜਿਹੇ ਐਸੋਸੀਏਸ਼ਨ ਦੀ, ਜਾਂ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਸਨੂੰ ਕਰ ਪਾ ਰਹੇ ਹੋ, ਜਾਂ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਾਨੂੰ ਕਿਸ ਸਾਥ ਮਿਲੇ ਤਾਂ ਅਸੀਂ EMPLOYEES ਦੇ ਲਈ, ਮਾਈਨੋਰਿਟੀ EMPLOYEES ਦੇ ਲਈ ਕਰ ਸਕਦੇ ਹਾਂ? ਬਿਲਕੁਲ ਰਮਨ ਜੀ, ਮੈਂ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਜਦ ਅਸੀਂ ਸ਼ੁਰੂ ਹੋਏ ਤੇ ਸਾਡਾ ਨੰਬਰ ਨਾ 4 ਤੋਂ 5 ਲੋਕਾਂ ਦਾ ਸੀ ਤੇ ਫੋਰਚੂਨੇਟਲੀ ਉਹ ਨੰਬਰ ਹੁਣ 100 ਕ੍ਰਾਸ ਕਰ ਗਿਆ ਹੈ। that is a positive approach। ਜਿਤਨਾ ਸਾਡਾ ਕੋਆਪਰੇਸ਼ਨ ਹੋਏਗਾ, ਜਿਤਨਾ ਸਾਡਾ ਕਨੈਕਸ਼ਨ ਸਟਰੋਂਗ ਹੋਏਗਾ ਆਪਣੀ ਕਮਿਊਨਿਟੀ 'ਚ, ਸਾਡੇ ਇਸ਼ੂਜ਼ ਰਿਜ਼ੋਲਵ ਹੋਣਗੇ। ਕਿਉਂਕਿ ਜਿਹੜੀ ਸਾਡੀ ਪ੍ਰੈਜ਼ੈਂਟ ਗਵਰਨਮੈਂਟ ਹੈ, LG ਐਡਮਿਨਿਸਟ੍ਰੇਸ਼ਨ ਹੈ, ਉਹ ਕੀਨ ਹੈ ਮਾਈਨੋਰਿਟੀ ਦੇ ਇਸ਼ੂਜ਼ ਰਿਜ਼ੋਲਵ ਕਰਨ ਲਈ। ਬਟ ਸਾਨੂੰ ਇਹ ਖਿਆਲ ਰੱਖਣਾ ਪੈਣਾ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਪ੍ਰੋਬਲਮਸ ਜਿਹੜੇ ਵੀ ਨੇ ਉਹ ਇੱਕ ਪਲੇਟਫਾਰਮ ਤੇ ਡਿਸਕਸ ਕਰੀਏ। ਅਗਰ ਸਾਨੂੰ ਡਿਵੀਜ਼ਨ ਹੋਏਗਾ, 10 ਪਾਰਟੀਆਂ ਬਣਨਗੀਆਂ, 10 ਯੂਨੀਅਨਸ ਬਣਨਗੀਆਂ ਤੇ ਉਹ ਸ਼ਾਇਦ ਡਿਫਿਕਲਟ ਹੋ ਜਾਏਗਾ, ਵਿੱਚ ਸਾਨੂੰ ਕੋਈ ਸੀਰੀਅਸਲੀ ਨਹੀਂ ਲਏਗਾ। ਸਿੰਸ ਇਹ ਸਾਡੀ ਇੱਕ ਯੂਨੀਅਨ ਹੈ, ਸਾਡੀ ਯੂਨੀਅਨ ਨਹੀਂ ਹੈ, ਇਟਸ ਫॉर एवरीबॉडी। every minority employee, every Sikh employee is as important as the other one is। ਇਸ ਲਈ ਸਾਨੂੰ ਨਾ ਇੱਕ ਵੈਲ ਕੋਲੈਬੋਰੇਟਡ ਸਿਸਟਮ ਡਿਵੈਲਪ ਕਰਨਾ ਪਏਗਾ ਕਿ ਸਰਕਾਰ ਵੀ ਸਾਨੂੰ ਹੋਰ ਸੀਰੀਅਸਲੀ ਲੇ। ਦਿਸ ਇਜ਼ ਫॉर द फर्स्ट टाइम ਕਿ ਸਾਡੇ ਸਰਦਾਰ EMPLOYEES ਨੂੰ ਐਟਲੀਸਟ ਕੋਈ ਸੀਰੀਅਸਲੀ ਲੈ ਰਿਹਾ ਹੈ।
ਐਂਡ ਥੈਂਕਸ ਮੈਂ ਤੇ ਪਰਸਨਲੀ ਥੈਂਕਸ ਕਰਨਾ ਚਾਹਾਂਗੀ ਆਪਣੀ ਐਡਮਿਨਿਸਟ੍ਰੇਸ਼ਨ ਨੂੰ, ਆਪਣੀ ਐਲਜੀ ਗਵਰਨਮੈਂਟ ਨੂੰ, ਆਨਰੇਬਲ ਐਲਜੀ ਸਰ ਨੂੰ, ਕਿ ਉਹ ਸਾਡੀ ਆਵਾਜ਼ ਐਕਚੁਅਲੀ ਸੁਣ ਰਹੇ ਨੇ। ਅੱਜ ਤੱਕ ਕਦੇ ਮੈਨੂੰ ਨਹੀਂ ਲੱਗਦਾ ਕਿ ਕਦੇ ਸਾਡੀ ਮਾਈਨੋਰਿਟੀ ਕਮਿਊਨਿਟੀ ਨੂੰ ਕਿਦਾ ਕੰਸੀਡਰ ਵੀ ਕੀਤਾ ਗਿਆ ਸੀ। ਕੀ ਗੱਲ ਇਹ ਹੈ ਕਿ ਯੂਨਾਈਟ ਹੋਣ ਦੀ ਜ਼ਰੂਰਤ ਹੈ ਹਨਾ। ਲਾਈਕ ਅਸੀਂ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਾ ਕੇ ਗੱਲ ਕਰਦੇ ਹਾਂ, ਮੁੱਦਾ ਤਾਂ ਸਾਡੇ ਸਾਰਿਆਂ ਦਾ ਸੇਮ ਹੀ ਹੁੰਦਾ ਹੈ। ਚਾਹੇ ਉਸ ਚੀਜ਼ ਨੂੰ ਇਹੀ ਜਿੱਦਾਂ ਤੁਸੀਂ ਕਿਹਾ ਕਿ ਅਗਰ ਅਸੀਂ ਕੋਲੈਬੋਰੇਟ ਕਰਕੇ ਚੱਲੀਏ ਤਾਂ ਲੱਗਦਾ ਹੈ ਨਾ ਕਿ ਇੱਕ ਵਿੱਚ ਬਲ ਹੈ। ਸਾਨੂੰ ਛੋਟੇ ਹੁੰਦੇ ਵੀ ਸਿਖਾਉਂਦੇ ਸੀਗੇ ਕਿ ਏਦਾਂ ਸਾਰੇ ਇਕੱਠੇ ਹੋ ਕੇ ਚੱਲਦੇ ਆ ਹਨਾ। ਤੇ ਜੇਕਰ ਗੱਲ ਕੀਤੀ ਜਾਵੇ ਆਲ ਸਿੱਖ ਮਾਈਨੋਰਿਟੀ EMPLOYE ਐਸੋਸੀਏਸ਼ਨ ਦੀ ਹਨਾ, ਉਹਦੀ ਅੰਡਰ ਤੁਹਾਡੀ ਤੁਸੀਂ ਕੀ ਸੋਚ ਲੈ ਕੇ ਚੱਲ ਰਹੇ ਹੋ ਕਿ ਖਾਸ ਤੌਰ ਦੇ ਉੱਤੇ ਸਾਡੀ ਸਿੱਖ ਕਮਿਊਨਿਟੀ ਦੇ ਲਈ? ਅਸੀਂ ਸਾਡੀ ਸਿੱਖ ਕਮਿਊਨਿਟੀ ਬਾਰੇ 0.16% ਸਾਡੀ ਪੋਪੂਲੇਸ਼ਨ ਹੈ ਜੰਮੂ ਕਸ਼ਮੀਰ 'ਚ। ਇਟ ਇਜ਼ ਦਾ ਮਾਈਕਰੋ ਕਮਿਊਨਿਟੀ ਜਿਹਦੇ ਇਸ਼ੂਜ਼ ਵੀ ਹੈ ਨੇ, ਇਤਨੇ ਜ਼ਿਆਦਾ ਇਸ਼ੂਜ਼ ਵੀ ਨਹੀਂ ਹੈ ਨੇ ਜਿਹੜੇ ਅਗਰ ਅਸੀਂ ਕਲੈਕਟਿਵਲੀ ਇਫ ਵਿਲ ਸੇ ਇਟ ਕਲੈਕਟਿਵਲੀ ਤੇ ਕਿਤੇ ਨਾ ਕਿਤੇ ਸੁਣਾਈ ਹੋਏਗੀ। ਸੀ ਇਸ ਫੋਰਮ ਤੇ ਆ ਕੇ ਵੈਨ ਵੀ ਹੈਵ ਆਲ ਸਿੱਖ ਮਾਈਨੋਰਿਟੀ EMPLOYEES ਐਸੋਸੀਏਸ਼ਨ ਵਰਕਿੰਗ, ਜਿਹਦੀ ਰੈਕਗਨੇਸ਼ਨ ਮੈਂ ਤੁਹਾਨੂੰ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ ਕਿ ਦਿਸ ਇਜ਼ ਫॉर द फर्स्ट टाइम ਪਿਛਲੇ ਦਿਨਾਂ ਲਾਸਟ ਮੰਥ ਸਾਡੇ ਮਾਈਨੋਰਿਟੀ ਕਮਿਸ਼ਨ ਦੇ ਹੈਡ ਲਾਲਪੁਰੀਆ ਜੀ ਕਸ਼ਮੀਰ ਆਏ ਸਨ ਤੇ ਅਸੀਂ ਉਹਨਾਂ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਤੇ ਵੀ ਵਰ ਫੋਰਚੂਨੇਟ ਇਨਫ ਕਿ ਉਹਨਾਂ ਨੇ ਉਸ ਰਿਪਰੈਜ਼ੈਂਟੇਸ਼ਨ ਦਾ ਹਵਾਲਾ ਲੈ ਕੇ ਸਾਡੀ ਸਟੇਟ ਗਵਰਨਮੈਂਟ ਨੂੰ ਲਿਖਿਆ, ਸਾਡੀ ਯੂਟੀ ਗਵਰਨਮੈਂਟ ਨੂੰ ਲਿਖਿਆ ਕਿ ਇਹ ਜਿਹੜੇ ਯੂਨਿਟ ਹੈ EMPLOYEES ਦਾ, ਇਹਨਾਂ ਦੇ ਜਿਹੜੇ ਇਸ਼ੂਜ਼ ਨੇ ਇਹ ਤੁਸੀਂ ਰਿਜ਼ੋਲਵ ਕਰੋ। ਐਂਡ ਇਹ ਸਾਡੇ ਲਈ ਇੱਕ ਬੜਾ ਖੁਸ਼ਾਇਨ ਕਦਮ ਹੈ ਕਿਉਂਕਿ ਇਫ ਸਮਬਡੀ ਸਿਟਿੰਗ ਇਨ ਦ ਸੈਂਟਰ ਇਜ਼ ਰਾਈਟਿੰਗ ਫॉर ਅਸ ਇਸ ਸੇਇੰਗ, ਕਿਉਂਕਿ ਸਾਡੇ ਕੋਲ ਵੀ ਉਹ ਕਾਪੀ ਪਹੁੰਚੀ ਹੈ ਤੇ ਮੇਰੀ ਆਨਰੇਬਲ ਐਲਜੀ ਸਰ ਨਾਲ ਤੇ ਹੋਰ ਐਡਮਿਨਿਸਟ੍ਰੇਟਿਵ ਆਫਿਸਰਸ ਨਾਲ ਵੀ ਇਹ ਗੱਲ ਹੋਈ ਹੈ ਕਿ ਸਰ ਦਿਸ ਇਜ਼ ਦੇ ਵਾਂਟਡ ਆਨਸਰ ਫॉर दैट ਕਿ ਇਹਨਾਂ ਦੇ ਇਸ਼ੂਜ਼ ਕੀ ਨੇ ਐਂਡ ਵਾਟ ਯੂ ਆਰ ਡੂਇੰਗ ਫॉर दैट। ਇਹ ਸਾਡੇ ਲਈ ਇੱਕ ਬੜੀ ਪੋਜ਼ਿਟਿਵ ਚੀਜ਼ ਹੈ। ਸਾਡੀ ਕਮਿਊਨਿਟੀ ਜਿਹੜੀ ਹੈ ਵੀ ਹੈਵ like particular pockets ਜਿੱਥੇ ਰਹਿੰਦੇ, we have Baramulla, we have Tral, we have Srinagar, sir we are segregated ਤੇ ਇਹਨਾਂ ਸਾਰਿਆਂ ਨੂੰ ਯੂਨਾਈਟ ਕਰਕੇ ਇਹਨਾਂ ਸਾਰਿਆਂ ਦੇ ਇਸ਼ੂਜ਼ ਨੂੰ ਸਮਝ ਕੇ if we'll put forward those issues ਤਾਂ ਸਾਨੂੰ ਮੈਨੂੰ ਲੱਗਦਾ ਕਿ ਇੱਕ ਸਾਡੀ ਇੱਕ ਸਟਰੈਂਥ ਬਣੇਗੀ, ਇੱਕ ਸੇ ਬਣੇਗੀ। ਰਾਈਟ ਭੈਣ ਜੀ, ਸਮਟਾਈਮ ਜਿੱਦਾਂ ਕਮੈਂਟਸ ਦੇ ਰਾਹੀਂ ਵੀ ਲੋਕ ਜਿੱਦਾਂ ਤੁਹਾਨੂੰ ਸੁਣ ਰਹੇ ਹੁੰਦੇ ਨੇ ਉਹਨਾਂ ਦੀ ਆਪਦੀ ਦੀ ਹਨਾ ਵਿਚਾਰ ਵੀ ਹੁੰਦੇ ਨੇ। ਤੇ ਰਤਨ ਕੌਰ ਜੀ ਇੱਥੇ ਜ਼ਰੂਰ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ। SRO 43, XRO 43, 376 ਪੁਲਿਸ ਕੇਸਿਸ ਪੈਂਡਿੰਗ ਇਨ ਦ ਜੰਮੂ ਸੈਕਟਰੇਟ। ਤੇ ਹੋਰ ਵੀ ਉਹਨਾਂ ਨੇ ਕਿਹਾ ਕਿ ਸਾਡੇ ਅਨਮੈਰਿਡ ਸਰਟੀਫਿਕੇਟਸ ਆਰ ਅਟੈਚ ਵਿਦ ਮਾਈ ਫਾਈਲਸ। ਉਹਨਾਂ ਨੇ ਕਿਹਾ ਸਿੱਖ ਬॉयਜ਼ 15 ਸਿੱਖ ਬॉयਜ਼ ਆਰ ਅਨਇੰਪਲੋਇਡ। ਉਹ ਕਹਿ ਰਹੇ ਨੇ ਕਿ ਇਹਨਾਂ ਵਿਸ਼ਿਆਂ ਤੇ ਵੀ ਤੁਹਾਨੂੰ ਸ਼ਾਇਦ, ਕਿਉਂਕਿ ਸਾਰਿਆਂ ਦੇ ਆਪਦਾ ਆਪਦਾ ਹੈ ਕਿ ਆਹ ਗੱਲ ਚੁੱਕਣੀ ਚਾਹੀਦੀ ਹੈ। ਵੈਰੀ ਨਾਈਸ। ਪਹਿਲੇ ਤੇ ਮੈਂ ਰਤਨਜੀਤ ਕੌਰ, ਸ਼ੀ ਇਜ਼ ਅ ਵੈਰੀ ਵੈਲ ਨੋਨ ਐਂਡ ਪ੍ਰੋਮਿਨੈਂਟ ਲਾਇਰ ਐਂਡ ਸ਼ੀ ਹੈਜ਼ ਅ ਸੇ। ਉਹਨਾਂ ਦਾ ਵੀ ਇੱਕ ਕਾਫੀ ਵੋਕਲ ਨੇ ਤੇ ਉਹਨਾਂ ਸ਼ੀ ਇਜ਼ ਡੂਇੰਗ ਵੈਰੀ ਵੈਲ ਫॉर द ਕਮਿਊਨਿਟੀ। ਸੈਕੰਡ ਥਿੰਗ, ਤੁਸੀਂ ਇਹ ਕਿਹਾ ਕਿ ਸਾਡੇ ਅਨਇੰਪਲੋਇਡ ਯੂਥ ਜਿਹੜਾ ਸਾਡਾ ਮੈਮੋਰੈਂਡਮ ਸੀ, ਦਿਸ ਇਜ਼ ਆਲਸੋ ਅ ਪਾਰਟ ਆਫ दैट ਕਿ ਸਾਡੇ ਅਨਇੰਪਲੋਇਡ ਯੂਥ ਜਿਹੜੇ ਨੇ ਉਹ ਜਾਂ ਤੇ ਸਟੇਟ ਕੰਟਰੀ ਛੱਡ ਕੇ ਜਾ ਰਹੇ ਨੇ ਜਾਂ ਤੇ ਘਰ ਛੱਡ ਕੇ ਜਾ ਰਹੇ ਨੇ ਐਂਡ ਲਿਵਿੰਗ देयर ਪੇਰੈਂਟਸ ਬਿਹਾਈਂਡ ਕਿਉਂਕਿ ਸਾਡੇ ਜੌਬਸ ਨਹੀਂ ਨੇ। ਤੇ ਆਨਰੇਬਲ ਐਲਜੀ ਸਰ ਨੇ ਸਾਡੀ ਸੈਕਟਰੀ ਹਿਨਾ ਸ਼ਫੀ ਭੱਟ ਇਜ਼ ਹੋਲਡਿੰਗ ਅ ਪ੍ਰੈਸਟੀਜੀਅਸ ਪੋਜੀਸ਼ਨ ਹੇਅਰ। ਉਹਨਾਂ ਦੇ ਰਾਹੀਂ ਇੱਕ ਸੈੱਲ ਕਾਇਮ ਕੀਤਾ ਤੇ ਉਹ ਨੰਬਰ ਵੀ ਅਸੀਂ ਫਲੋਟ ਕਰਾਂਗੇ ਤੁਹਾਡੇ ਲਈ ਜਿਹਦੇ ਚ ਸਾਡੇ ਅਨਇੰਪਲੋਇਡ ਯੂਥ ਰਜਿਸਟਰ ਕਰ ਸਕਦੇ ਨੇ ਤੇ ਵੇਰੀਅਸ ਬੈਨੀਫਿਟਸ ਫਰਮ ਗਵਰਨਮੈਂਟ ਸਕੀਮਸ ਲੈ ਸਕਦੇ ਨੇ ਔਨ ਵੈਰੀ ਨੋਮੀਨਲ ਇੰਟਰਸਟ ਰੇਟ ਕਰ ਸਕਦੇ ਨੇ। ਉਹਦੇ ਚ ਉਹਨਾਂ ਨੇ ਇੱਕ ਪ੍ਰੋਜੈਕਟ ਰਿਪੋਰਟ ਆਪਣਾ ਸਬਮਿਟ ਕਰਨਾ ਹੈ ਐਂਡ that will be in easy। ਅਸੀਂ ਸਰ ਨੂੰ ਇਹ ਰਿਕੁਐਸਟ ਕੀਤਾ ਕਿ ਕਾਫੀ ਲੋਕ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਨੇ ਬਟ ਇਤਨਾ ਕੰਪਲਿਕੇਟਡ ਸਿਸਟਮ ਹੈ ਤੇ ਉਹ ਵਿਡਰਾ ਕਰ ਲੈਣੇ 2 ਮਹੀਨੇ 3 ਮਹੀਨੇ ਇਤਨੇ ਫਾਈਲਾਂ ਦੇ ਚੱਕਰ ਲੱਗਦੇ ਰਹਿੰਦੇ ਨੇ ਤੇ ਉਹ ਫਿਰ ਇਵੈਂਚੁਅਲੀ ਉਹਦੇ ਚ ਵਿਡਰਾ ਕਰ ਲੈਂਦੇ। ਬਟ ਸਰ ਮੇਡ ਇਟ ਸ਼ੋਰ ਕਿ ਸਾਡਾ ਇੱਕ ਸਿੰਗਲ ਵਿੰਡੋ ਸਿਸਟਮ ਕ੍ਰੀਏਟ ਕੀਤਾ ਗਿਆ ਸਾਡੇ ਲਈ ਜਿਹਦੇ ਵਿੱਚ ਸਾਨੂੰ ਈਜ਼ੀ ਲੋਨ ਫੈਸਿਲਿਟੀਜ਼ ਪਲੱਸ ਤੁਸੀਂ ਕੀ ਪ੍ਰੋਜੈਕਟ ਕਰਨਾ ਚਾਹ ਰਹੇ ਹੋ ਉਹਦੀ ਪ੍ਰੋਪਰ ਗਾਈਡੈਂਸ ਦਿੱਤੀ ਜਾਏਗੀ। ਸਾਰੀ ਚੀਜ਼ਾਂ ਥੋੜੀ ਈਜ਼ੀ ਕਰਨ ਲਈ ਇੱਕ ਪ੍ਰੋਸੈਸ ਸੈਟਅਪ ਕੀਤਾ ਹੈ ਜਿਹੜਾ ਅਸੀਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ। ਆਈਲ ਸ਼ੇਅਰ ਦ ਲਿੰਕਸ ਵਿਦ ਯੂ। Yeah. And what was the other question? I'm sorry, I forgot. ਜਿਹੜੇ ਸਾਡੇ ਮੈਰਿਜ ਸਰਟੀਫਿਕੇਟਸ ਐਂਡ ਆਲ। Yeah. ਮੈਰਿਜ ਉਹਨਾਂ ਨੇ ਕਿਹਾ ਕਿ ਅਨਮੈਰਿਡ ਸਰਟੀਫਿਕੇਟਸ ਆਰ ਅਟੈਚ ਵਿਦ ਮਾਈ ਫਾਈਲਸ। ਲਾਈਕ ਆਈ ਥਿੰਕ ਸੋ ਕੋਈ ਇਸ਼ੂ ਇਹਨਾਂ ਦਾ ਵੀ ਹੈ ਇਸ ਚੀਜ਼ ਨੂੰ ਲੈ ਕੇ। ਪਲੀਜ਼ ਉਹ ਪਰਸਨਲੀ ਮੇਰੇ ਨੰਬਰ ਲੈ ਕੇ ਮੇਰੇ ਨੰਬਰ ਤੇ ਮੈਨੂੰ ਅਗਰ ਕੰਟੈਕਟ ਕਰਨ ਤੇ ਆਈਲ ਬੀ ਏਬਲ ਟੂ ਸੀ ਦੈਟ ਵਾਟ ਇਟ ਇਜ਼।
ਜੀ ਜ਼ਰੂਰ, ਜੀ ਕਿਉਂਕਿ ਦੇਖੋ ਜਦੋਂ ਆਪਾਂ ਕੋਈ ਵੀ ਚੀਜ਼ ਜਾਂ ਗੱਲਬਾਤ ਸਾਂਝੀ ਕਰਦੇ ਆ ਹਨਾ, ਤੇ ਜ਼ਰੂਰੀ ਹੁੰਦਾ ਹੈ ਕਿ ਕਿਸੇ ਦੇ ਆਪਾਂ ਜ਼ਰੂਰ, ਜੇਕਰ ਕਿਸੇ ਦੇ ਦਿਮਾਗ ਦੇ ਵਿੱਚ ਜਾਂ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਵਿਸ਼ਾ ਹੈਗਾ ਆ, ਉਸ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਆਪਾਂ ਕੋਈ ਵੀ ਐਸੋਸੀਏਸ਼ਨ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਆਰਗੇਨਾਈਜੇਸ਼ਨ ਚਲਾ ਰਹੇ ਹੈਗੇ ਆ, ਤਾਂ ਉਸ ਦੇ ਵਿੱਚ ਆਮ ਪਬਲਿਕ ਦਾ ਜਾਂ ਜਿਹੜੇ ਇਸ ਚੀਜ਼ ਵੱਲ ਧਿਆਨ ਦੇ ਰਹੇ ਨੇ, ਉਹਨਾਂ ਦਾ ਸੋਚਣ ਦਾ, ਉਹਨਾਂ ਦੇ ਮੁੱਦੇ ਕੀ ਨੇ ਹਨਾ, ਉਹਨਾਂ ਨੂੰ ਆਪਾਂ, ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਆਪਾਂ ਨੂੰ ਕੋਲੈਬੋਰੇਟ ਹੋ ਕੇ ਚੱਲਣਾ ਚਾਹੀਦਾ ਆ। ਤਾਂ ਇਹੋ ਜਿਹੇ ਵਿਸ਼ੇ ਬਿਲਕੁਲ ਵੀ ਜਿਹੜੇ ਸਮਟਾਈਮ ਹੁੰਦਾ ਹੈ ਕਿ ਸਮਟਾਈਮ ਸਾਡੇ ਦਿਮਾਗ 'ਚ ਨਹੀਂ ਹੋਣੀ, ਜਾਂ ਸਾਨੂੰ ਲੱਗਦਾ ਹੋਣਾ ਇਹਦੇ ਤੇ ਵਰਕਆਊਟ ਆਪਾਂ ਕਰ ਰਹੇ ਹਾਂ, ਤਾਂ ਉਹ ਵੀ ਕਲੀਅਰ ਕਰਨਾ ਸ਼ਾਇਦ ਜ਼ਰੂਰੀ ਹੁੰਦਾ, ਕਿਉਂਕਿ ਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿਤੇ ਨਾ ਕਿਤੇ, ਹਨਾ। ਬਿਲਕੁਲ ਤੇ ਜੀ। ਜੇਕਰ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ, ਤੁਸੀਂ ਕਿਹਾ ਆ ਕਿ ਮਾਈਨੋਰਿਟੀ ਦੀ ਗੱਲ ਹੁਣ ਕਿਤੇ ਨਾ ਕਿਤੇ ਸੁਣੀ ਜਾ ਰਹੀ ਹੈਗੀ ਆ, ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਉਮੀਦ ਲਗਾਈਏ ਆਪਾਂ, ਪ੍ਰੈਜ਼ੈਂਟ ਜਿਹੜੀ ਸਾਡੀ ਪ੍ਰਸ਼ਾਸਨ ਤੋਂ ਕੀ ਸੋਚ ਸਕਦੇ ਆ ਸਾਡੇ ਮਾਈਨੋਰਿਟੀ ਦੇ ਲਈ? ਕਿਉਂਕਿ ਪਿਛਲੇ ਦਿਨੀ ਮੈਨੂੰ ਲੱਗਦਾ ਪਿਛਲੇ ਤੋਂ ਪਿਛਲੇ ਸਾਲ ਕਾਫੀ ਡਿਸਟਰਬਿੰਗ ਮਾਹੌਲ ਰਿਹਾ ਕਸ਼ਮੀਰ ਦਾ, ਕਿ ਬਿਲਕੁਲ ਸਾਡੇ ਦਿਮਾਗ ਦੇ ਵਿੱਚ ਇੱਕ ਡਰ ਸੀਗਾ, ਤੇ ਉਸ ਤੋਂ ਬਾਅਦ ਇੰਜੀਨੀਅਰ ਗੁਰਮੀਤ ਸਿੰਘ ਹੋਣਾ ਦੇ ਨਾਲ ਜਿਹੜਾ ਹਾਦਸਾ ਹੋਣਾ, ਔਰ ਕਿਤੇ ਨਾ ਕਿਤੇ EMPLOYEES, ਕਿਉਂਕਿ ਦੇਖੋ ਮੇਨ ਜਿਹੜਾ ਇੱਥੇ ਜਿੱਦਾਂ ਹਰ ਇੱਕ ਦਾ ਜਿਹੜਾ ਕਮਾਈ ਦਾ ਸਾਧਨ ਹੈ ਇੱਥੇ, ਜਿੱਦਾਂ ਕਹਿ ਸਕਦੇ ਗਵਰਨਮੈਂਟ ਜੌਬਸ ਦੇ ਵੱਲ ਹੀ ਜ਼ਿਆਦਾ ਸਾਰੇ ਜਾਂਦੇ ਨੇ, ਬਿਲਕੁਲ। ਤਾਂ ਉਹਦੇ ਵਿੱਚ ਤਰ੍ਹਾਂ ਇੱਦਾਂ ਹੀ ਮਾਈਨੋਰਿਟੀਜ਼ ਦੇ ਨਾਲ, EMPLOYEES ਦੇ ਨਾਲ ਇੱਦਾਂ ਦੀਆਂ ਚੀਜ਼ਾਂ ਹੋਣਾ। ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰੈਜ਼ੈਂਟ ਜਿਹੜਾ ਸਿਨੈਰੀਓ ਆ, ਕਿਤੇ ਨਾ ਕਿਤੇ ਉਮੀਦ ਲਗਾ ਸਕਦੇ ਨੇ ਸਾਡੇ EMPLOYEES ਜਿਹੜੇ ਮਾਈਨੋਰਿਟੀ ਦੇ ਵਿੱਚ ਨੇ ਉੱਥੇ, ਕਿ ਉਹ ਸੇਫ ਤੇ ਸਿਕਿਉਰ ਹੋ ਸਕਦੇ ਆ ਉੱਥੇ? See, safety and security is the Department of Law Enforcement agencies working here, but a collaboration hai people between the working community ਤੇ law enforcement agency ਦੇ ਵਿੱਚ, ਜਿਹਦੇ ਕਰਕੇ situation ਜਿਹੜੀ ਪਿਛਲੇ ਕੁਝ ਸਾਲਾਂ ਤੋਂ ਬਣੀ ਸੀ is totally different now। ਤੇ apart from that, ਜਿਹੜੀ ਸਾਡੀ EMPLOYEES ਦੀ ਗੱਲ ਕਰ ਰਹੇ ਹਾਂ, ਜਿਹੜੇ unemployed ਸਾਡਾ youth ਹੈ, ਉਹਨਾਂ ਨੂੰ ਇੱਕ ਪਲੇਟਫਾਰਮ ਕ੍ਰੀਏਟ ਕੀਤਾ ਗਿਆ ਹੈ। they should come, they should seek government's intervention into various projects। ਉਹ self help groups create ਕਰ ਸਕਦੇ ਨੇ, ਉਹ ਆਪਣੇ ਲਈ ਇੰਡਸਟਰੀਜ਼ ਪਾ ਸਕਦੇ ਨੇ, ਲਗਾ ਸਕਦੇ ਨੇ। ਸਾਡੇ ਇਧਰ ਬੜੀ ਫੈਸਿਲਿਟੀਜ਼ ਨੇ, ਥੋੜਾ ਐਕਸਪਲੋਰ ਕਰਨ ਸਾਨੂੰ। we have to get out of that shell, that cocoon ਕਿ ਹੁਣ ਬਾਹਰ ਵਾਲੇ ਵਰਲਡ ਵਿੱਚ ਜਾਣ ਲਈ ਅਸੀਂ, if we have to go out of the country, ਅਸੀਂ ਬੜੀ ਰਿਸਰਚ ਕਰਦੇ ਹਾਂ, ਬਟ ਸਾਡੇ ਸਟੇਟ ਸਾਡੇ ਲਈ ਕਾਫੀ ਸਾਰੀ ਫੈਸਿਲਿਟੀਜ਼ ਗਵਰਨਮੈਂਟ ਨੇ ਪ੍ਰੋਵਾਈਡ ਕੀਤੀ ਨੇ। ਤਾਂ ਮੈਂ ਸਾਡੇ ਯੂਥ ਨੂੰ, ਅਨਇੰਪਲੋਇਡ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਤੁਸੀਂ ਕਾਫੀ ਇੰਟਰਨੈਟ ਤੇ ਸਰਚ ਕਰੋ ਐਂਡ ਯੂ ਵਿਲ ਗੈਟ ਐਵਰੀਥਿੰਗ ਇਨ ਹੈਂਡ। ਤੇ ਸਾਡੇ ਰਾਹੀਂ ਜਿਹੜਾ ਵਿੰਗ ਕ੍ਰੀਏਟ ਹੋਇਆ ਹੈ, be part of that wing। ਸਾਡੇ ਆਪਣੇ ਸੁਝਾਅ ਦਿਓ, ਆਪਣੇ suggestions ਦਿਓ, so that ਕਿ we can work together for the betterment of our community। ਕਿਉਂਕਿ ਸਾਡੀ ਕਮਿਊਨਿਟੀ ਹਮੇਸ਼ਾ ਤੋਂ ਬੜੀ ਪਿਛੜੀ ਹੋਈ ਕਮਿਊਨਿਟੀ ਰਹੀ ਹੈ। ਸਾਡੇ we have very learned eminent people in our society। ਸਰਦਾਰ ਸਾਡੇ ਬੜੀ prestigious positions ਤੇ ਰਹੇ ਨੇ, ਹੁਣ ਆਉਣ ਵਾਲੇ ਟਾਈਮ ਪ੍ਰੈਜ਼ੈਂਟਲੀ ਵੀ ਹੈ ਨੇ, ਅੱਗੇ ਵੀ ਹੋਣਗੇ। ਬਟ ਇੱਕ ਜਿਹੜਾ ਉਹ ਬਣਿਆ ਸੀ ਕਿ ਨਹੀਂ ਜੀ ਸਰਦਾਰ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ, we have proved it wrong। we are doing we are into everything। ਅਸੀਂ ਸਾਰੇ ਕੰਮ ਬੜੀ better ਤਰੀਕੇ ਨਾਲ ਕਰ ਸਕਦੇ ਹਾਂ। ਤੇ ਇੱਕ ਕਲੱਬ ਹੋਣ ਦੀ, ਇੱਕ ਯੂਨਾਈਟ ਹੋਣ ਦੀ ਜ਼ਰੂਰਤ ਹੈ। that's what I wish people could do। ਬਿਲਕੁਲ, ਜਿੱਦਾਂ ਭੈਣ ਜੀ ਤੁਸੀਂ ਕਿਹਾ ਕਿ ਜਿਹੜੇ ਅਨਇੰਪਲੋਇਡ ਯੂਥ ਹੈ ਨਾ, ਉਹਨਾਂ ਦੀ ਮਜਬੂਰੀ ਬਣੀ ਹੋਈ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਇਸ ਮੁਲਕ ਤੋਂ ਬਾਹਰ ਜਾਵਾਂਗੇ ਤਾਂ ਅਸੀਂ ਕੁਛ ਨਾ ਕੁਛ ਕਰ ਪਾਵਾਂਗੇ। ਸਮ ਟਾਈਮ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਵੀ ਨਹੀਂ ਮਿਲਦੀ, ਕਿ ਇੱਕ ਹੁੰਦਾ ਨਾ ਕਿ ਉਹ ਜਿਸ ਚੀਜ਼ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਉਹਦੇ ਵਿੱਚ ਇੱਕ ਕੜੀ ਨਹੀਂ ਬਣਦੀ। ਪਤਾ ਹੀ ਨਹੀਂ ਚੱਲਦਾ ਕਿ ਇਸ ਚੀਜ਼ ਨੂੰ ਬਹੁਤ ਕੁਝ ਹੈ, ਜਿੱਦਾਂ ਤੁਸੀਂ ਕਿਹਾ ਕਿ ਇੰਡੀਆ ਇਸ ਸਮੇਂ ਬਹੁਤ ਜ਼ਿਆਦਾ ਪਾਵਰਫੁਲ ਕੰਟਰੀਜ਼ ਦੇ ਵਿੱਚ ਹੈਗਾ ਆ, ਬਹੁਤ ਕੁਝ ਹੈ ਇੰਡੀਆ ਦੇ ਕੋਲੇ, ਪਰ ਕਿਆ ਅਸੀਂ ਲੈ ਨਹੀਂ ਪਾ ਰਹੇ ਜਾਂ ਸਾਡੇ ਤੱਕ ਪਹੁੰਚਾਇਆ ਨਹੀਂ ਜਾ, ਮਤਲਬ ਜਿਹੜੇ ਯੂਥ ਉਹਨਾਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ। ਕਿ ਤੁਸੀਂ ਕੀ ਸੋਚਦੇ ਹੋ ਕਿੱਦਾਂ ਕਸ਼ਮੀਰ ਦਾ ਯੂਥ ਹੈ? ਮੈਂ ਦੇਖ ਰਹੀ ਹਾਂ ਕਿ ਹੁਣ ਇਹ ਟ੍ਰੈਂਡ ਚੱਲ ਪਿਆ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵਸਣਾ, ਆਪਣੇ ਉੱਥੇ ਸਾਰਾ ਕੁਝ ਅਸੀਂ ਛੱਡ ਕੇ, ਵੀ ਜਿਵੇਂ ਜ਼ਿਆਦਾਤਰ ਤਾਂ ਜੇਕਰ ਗੱਲ ਕੀਤੀ ਜਾਵੇ ਯੂਥ ਦੀ, ਤਾਂ ਉੱਥੇ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਯੂਥ ਹੈ ਜਿਹੜਾ ਉਹ ਤੁਹਾਡੇ ਵਰਗੇ ਐਸੋਸੀਏਸ਼ਨਸ ਦੇ ਨਾਲ ਸੰਪਰਕ ਕਰੇ, ਕਿੱਦਾਂ ਸੰਪਰਕ ਕਰੇ ਕਿ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਮਿਲ ਜਾਵੇ? ਕਿਉਂਕਿ ਸਮਟਾਈਮ ਹਰ ਇੱਕ ਤਾਂ ਬੰਦਾ ਇੰਟਰਨੈਟ ਦੇ ਨਾਲ ਜ਼ਿਆਦਾਤਰ ਕਨੈਕਟਡ ਨਹੀਂ ਹੁੰਦਾ।
ਰਮਨ, ਜਿੱਦਾਂ ਤੁਸੀਂ ਕਿਹਾ ਕਿ ਸਾਡੇ ਯੂਥ ਪ੍ਰੈਫਰ ਕਰਦਾ ਹੈ ਸਟੇਟ ਤੋਂ ਬਾਹਰ ਜਾਣਾ ਜਾਂ ਕੰਟਰੀ ਤੋਂ ਬਾਹਰ ਜਾਣਾ, ਕਿਉਂਕਿ ਉਹਨਾਂ ਦੀ ਜੌਬਸ ਐਵੇਨਿਊਜ਼ ਬਹੁਤ ਘੱਟ ਨੇ ਸਟੇਟ 'ਚ ਜਾਂ ਕੰਟਰੀ 'ਚ। ਬਟ ਇੱਕ ਹੋਰ ਫੈਕਟਰ ਹੈ ਜਿਹੜਾ ਰਿਸਪੌਂਸਿਬਲ ਹੈ ਇਸ ਚੀਜ਼ ਦਾ, ਉਹ ਇਹ ਹੈ ਕਿ ਜਿਹੜਾ ਸਾਡਾ ਟੂ ਅਵੇਲ ਸਮ ਫੈਸਿਲਿਟੀ, ਜਿਹੜਾ ਸਾਡਾ ਪ੍ਰੋਸੈਸ ਹੈ ਨਾ, ਉਹ ਇਤਨਾ ਕੰਪਲਿਕੇਟਿਡ ਹੈ ਕਿ ਅਗਰ ਅਸੀਂ ਸਟਾਰਟ ਕਰਦੇ ਹਾਂ, ਇਟ ਟੇਕਸ ਅਸ, ਜਿਹੜਾ ਪ੍ਰੋਜੈਕਟ ਅਸੀਂ ਸੋਚ ਕੇ ਚੱਲਦੇ ਹਾਂ ਕਿ ਸਾਡਾ ਇਹ ਇੰਡਸਟਰੀ ਯੂਨਿਟ, ਫॉर एग्जांपल ਅਸੀਂ ਕੋਈ ਯੂਨਿਟ ਲਗਾਉਣਾ ਹੈ, ਤੇ ਅਸੀਂ ਸੋਚਦੇ ਹਾਂ ਕਿ 6 months will after 6 months we'll have a full fledged unit, but unfortunately ਸਾਡਾ ਸਿਸਟਮ ਇਤਨਾ ਕੰਪਲਿਕੇਟਿਡ ਹੋ ਜਾਂਦਾ ਹੈ, ਫਾਈਲਸ ਤੇ ਇਹ ਡਾਕੂਮੈਂਟ ਉਹ ਡਾਕੂਮੈਂਟ ਪ੍ਰੈਜ਼ੈਂਟ ਕਰੋ, ਤੇ ਉਹਦੇ ਚ ਫਿਰ ਬੰਦਾ ਨਾ ਡਿਸਹਾਰਟਨਡ ਹੋ ਜਾਂਦਾ ਹੈ, ਐਂਡ ਦੈਨ ਹੀ ਥਿੰਕਸ ਕਿ ਇਟਸ ਬੈਟਰ ਟੂ ਲੀਵ ਦਿਸ ਪਲੇਸ ਐਂਡ ਗੋ ਆਊਟ ਆਫ ਇਟ। ਬਟ ਹੁਣ ਜਿਹੜਾ ਸਾਡੀ ਰਿਕੁਐਸਟ ਸੀ LG ਗਵਰਨਮੈਂਟ ਨੂੰ ਕਿ ਪਲੀਜ਼ ਸਾਡੇ ਲਈ ਇੱਕ ਸਿੰਗਲ ਵਿੰਡੋ ਸਿਸਟਮ ਕੀਤਾ ਜਾਏ, ਐਂਡ ਇਟਸ ਆਲ ਯੂ ਡੋਂਟ ਹੈਵ ਟੂ ਗੋ ਟੂ ਦ ਆਫਿਸਿਸ, ਇਟਸ ਯੂ ਸਿਟ ਐਟ ਯੂਰ ਹੋਮ, ਜਾਂ ਤੁਸੀਂ ਆਪਣੇ ਨੀਅਰੈਸਟ ਤੁਹਾਡੇ ਖਿਦਮਤ ਸੈਂਟਰਸ ਨੇ ਉੱਥੇ ਜਾ ਕੇ ਯੂ ਕੈਨ ਹੈਵ ਦੈਟ ਫੈਸਿਲਿਟੀ ਐਟ ਔਨ ਦ ਕਲਿਕ ਆਫ ਅ ਬਟਨ। ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਆਲ ਯੂ ਨੀਡ ਟੂ ਫਿਲ ਯੂਰ ਡਾਕੂਮੈਂਟਸ, ਤੁਸੀਂ ਆਪਣੇ ਡਾਕੂਮੈਂਟਸ ਫਿਲ ਕਰੋ, ਐਂਡ ਉੱਥੇ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਸਾਡਾ ਜਿਹੜਾ ਇੱਕ ਵਿੰਗ ਸਾਡੇ ਆਲ ਮਾਈਨੋਰਿਟੀ EMPLOYEES ਐਸੋਸੀਏਸ਼ਨ ਦੇ ਵਿੱਚ ਅੰਡਰ ਇੱਕ ਵਿੰਗ ਵੀ ਕੰਮ ਕਰ ਰਿਹਾ ਹੈ, ਜਿਹੜਾ ਦੈਟ ਇਜ਼ ਵਰਕਿੰਗ ਫॉर ਅਨਇੰਪਲੋਇਡ ਯੂਥ, ਤੇ ਅਸੀਂ ਤੁਹਾਡੇ ਰਾਹੀਂ ਉਹਨਾਂ ਦੇ ਨਾਲ ਤੁਹਾਡੇ ਰਾਹੀਂ ਉਹ ਲਿੰਕ ਸ਼ੇਅਰ ਕਰਾਂਗੇ, ਉਹਨਾਂ ਦੇ ਨੰਬਰ ਸ਼ੇਅਰ ਕਰਾਂਗੇ, ਦੇ ਕੈਨ ਕਮ ਟੂ ਅਸ, ਉਹਨਾਂ ਨਾਲ ਸਾਡੇ ਕੋਲ ਆ ਕੇ ਸਾਡੇ ਕੋਲ ਜਿਹੜੀ ਵੀ ਹੈਲਪ ਮਿਲ ਚਾਹੁੰਦੇ ਨੇ ਅਸੀਂ ਦਿਆਂਗੇ, ਵੀ ਆਰ ਰੈਡੀ ਫॉर दैट। ਤੇ ਰਮਨ, ਮੈਂ ਇੱਕ ਗ੍ਰੀਵੀਅੰਸ ਸੈੱਲ ਜਿਹੜਾ ਸਾਡਾ ਕ੍ਰੀਏਟ ਹੋਇਆ ਹੈ, ਉਹਦਾ ਨੰਬਰ ਮੈਂ ਸ਼ੇਅਰ ਕਰਨਾ ਚਾਹਾਂਗੀ। ਇਫ ਕੋਈ ਵੀ EMPLOYEE ਜਿਹੜਾ distressed feel ਕਰਦਾ ਹੈ, ਉਹ ਸਾਨੂੰ ਵੀ ਕਾਲ ਕਰ ਸਕਦਾ ਹੈ directly, and if he is not comfortable, he or she is not comfortable speaking to us, ਉਹ directly ਇਸ number ਤੇ ਵੀ ਕਾਲ ਕਰ ਸਕਦਾ ਹੈ, and these numbers are very private numbers, ਜਿਹਦੇ ਵਿੱਚ ਤੁਸੀਂ ਜੋ ਵੀ information share ਕਰੋਗੇ that will be very safe and secure, ਕਿਉਂਕਿ ਇਹ ਜਿਹੜੇ numbers ਨੇ directly linked ਨੇ LG office ਦੇ ਨਾਲ ਤੇ DIVCOM office ਦੇ ਨਾਲ। I'll share the number 9797136152. I'll repeat once again, 9797136152. And the second number is 9682303050. 9682303050. In numbers, these are 24/7 these numbers are available 24/7. You can call anytime on these numbers to if you have any problem in any context. ਬਿਲਕੁਲ, ਔਰ ਮੈਂ ਕੈਪਸ਼ਨ ਦੇ ਵਿੱਚ ਵੀ ਨੰਬਰ ਮੈਂਸ਼ਨ ਕਰ ਦੂੰਗੀ, ਕਿਉਂਕਿ ਇਹ ਹੁੰਦਾ ਨਾ ਕਿ ਦੇਖੋ ਇਹ ਸਾਡੀ ਬਦਕਿਸਮਤੀ ਹੈ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਇਹ ਨਹੀਂ ਕਿ ਸਾਡੇ ਕੋਲ ਕੁਝ ਹੈ ਨਹੀਂ, ਸਾਡੇ ਮੁਲਕ ਕੋਲ ਬਹੁਤ ਕੁਝ ਹੈ, ਬਸ ਪਹੁੰਚਾਇਆ ਜਾਂ ਲਿਆ ਨਹੀਂ ਜਾ ਰਿਹਾ, ਲੈ ਨਹੀਂ ਪਾ ਰਹੇ ਆਪਾਂ, ਕਿਉਂਕਿ ਤੁਸੀਂ ਦੇਖ ਲਓ ਇਹ ਇੱਕ ਨਾ ਕੌੜਾ ਸੱਚ ਹੈ। ਤੁਸੀਂ ਕਿਸੇ ਵੀ ਗਵਰਨਮੈਂਟ ਡਿਪਾਰਟਮੈਂਟ ਦੇ ਅੰਦਰ ਚਲੇ ਜਾਓ, ਤੁਹਾਨੂੰ ਅੰਦਰ ਜਾਂਦਿਆਂ ਪਹਿਲਾਂ ਹੈਜ਼ੀਟੇਸ਼ਨ ਫੀਲ ਹੁੰਦੀ ਹੈ, ਪਤਾ ਨਹੀਂ ਇਹ ਕਿਉਂ ਹੁੰਦਾ ਹੈ, ਕਿ ਮੇਰਾ ਕੰਮ ਹੋਏਗਾ ਜਾਂ ਨਹੀਂ, ਅਗਲਾ ਬੰਦਾ ਮੇਰੀ ਗੱਲ ਸੁਣੇਗਾ ਜਾਂ ਨਹੀਂ, ਉਹਦਾ ਸੁਣਨ ਦਾ ਤਰੀਕਾ ਕੀ ਹੋਏਗਾ। ਦੂਜੇ ਮੁਲਕਾਂ ਦੀ ਸਿਰਫ ਇਹੀ ਮੈਂ ਡਿਫਰੈਂਸ ਦੇਖਿਆ ਕਿ ਅਗਰ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਜਾਂਦੇ ਹੋ ਨਾ, ਤਾਂ ਤੁਹਾਨੂੰ ਉੱਠ ਕੇ ਵੀ ਨਹੀਂ ਜਾਣਾ ਪੈਂਦਾ, ਅਗਲਾ EMPLOYEE ਉੱਠ ਕੇ ਆਪਣੀ ਕੁਰਸੀ ਤੋਂ ਆਉਂਦਾ ਕਿ ਤੁਹਾਡੀ ਅਪਾਇੰਟਮੈਂਟ ਸੀਗੀ ਤੇ ਆ ਜਾਓ ਤੁਸੀਂ ਹਨਾ ਗੱਲ ਕਰੋ, ਜਾਂ ਤੁਸੀਂ ਕਿਤੇ ਵੀ ਮੇਲ ਕਰਦੇ ਹੋ ਜਾਂ ਕੁਝ ਵੀ ਲਿਖਦੇ ਹੋ, ਤੁਹਾਡਾ ਵਿਦਿਨ ਸੈਕਿੰਡਸ ਜਾਂ ਵਿਦਿਨ ਮਿੰਟਸ ਤੁਹਾਨੂੰ ਰਿਪਲਾਈ ਆਉਂਦਾ, ਤਾਂ ਉਹ ਬੜਾ ਹੈਰਾਨੀ ਹੁੰਦੀ ਹੈ ਕਿ ਹਾਂ ਸਾਡੀ ਗੱਲ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਬਸ ਇਹੀ ਚੀਜ਼ ਹੈ ਜਿਹੜੀ ਕਿਸੇ ਨਾ ਕਿਸੇ ਕਾਰਨ ਕਰਕੇ ਅਸੀਂ ਮਤਲਬ ਜਿੱਦਾਂ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ, ਤੁਹਾਡੀ ਗੱਲ ਤੋਂ ਹੀ ਮੈਨੂੰ ਇਹ ਗੱਲ ਯਾਦ ਆਈ ਹੈ ਕਿ ਕਈ ਸਮਟਾਈਮ ਅਸੀਂ ਕੋਈ ਵੀ ਚੀਜ਼ ਨੂੰ ਸ਼ੁਰੂ ਕਰਨਾ ਚਾਹੁੰਦੇ ਹਾਂ, ਫਿਰ ਸਾਡੀ ਪੇਪਰ ਵਰਕ ਇੰਨਾ ਜ਼ਿਆਦਾ ਹੁੰਦਾ ਕਿ ਅਸੀਂ ਫਿਰ ਉਸਨੂੰ ਵਿੱਚ ਹੀ ਛੱਡ ਦਿੰਦੇ ਹਾਂ ਕਿ ਚਲੋ ਛੱਡੋ, ਹੁਣ ਕੀ ਕਰਨਾ ਹੈ, ਰਾਈਟ, ਵੀ ਇੰਨੇ ਕੌਣ ਹੀ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਵੇ। ਇਹ ਕੌੜਾ ਸੱਚ ਹੈ ਸਾਡੇ ਮੁਲਕ ਦਾ ਵੀ ਇਹ ਹੁੰਦਾ ਆ। ਔਰ ਜੇਕਰ ਤੁਹਾਡੇ ਵਰਗੀ ਐਸੋਸੀਏਸ਼ਨਸ ਵਿੱਚ ਆ ਕੇ ਸਭ ਤੋਂ ਪਹਿਲਾਂ ਜੇਕਰ ਆਪਾਂ ਯੂਥ ਦਾ, ਸਾਡੀ ਮਾਈਨੋਰਿਟੀ ਦਾ ਕੁਝ ਵੀ ਸਵਾਰ ਸਕਦੇ ਨਾ ਆਪਣੇ ਟਾਈਮ ਦੇ ਵਿੱਚ, ਤੁਹਾਡੀ ਵਰਗੀ ਐਸੋਸੀਏਸ਼ਨ ਜੇਕਰ ਕੁਝ ਵੀ ਕਰਦੇ ਨੇ, ਜਾਂ ਜਿੱਦਾਂ ਤੁਹਾਡੇ 10 ਕੰਮ ਨੇ, 15 ਕੰਮ ਨੇ, ਉਹਦੇ ਵਿੱਚੋਂ ਅੱਧੇ 20 ਕੀਤੇ ਜਾਣ, ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹਦਾ ਹੋ ਸਕਦਾ ਹੈਗਾ, ਹਨਾ। ਤਾਂ ਮੈਂ ਜਿਹੜੇ ਤੁਸੀਂ ਨੰਬਰ ਏਦਾਂ ਬੋਲ ਕੇ ਸ਼ੇਅਰ ਕੀਤੇ ਨੇ, ਮੈਂ ਉੱਪਰ ਕੈਪਸ਼ਨ ਦੇ ਵਿੱਚ ਵੀ ਸ਼ੇਅਰ ਕਰ ਦੂੰਗੀ। ਆਪਾਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਆਪਣੇ ਹੀ ਮੁਲਕ ਦੇ ਵਿੱਚ ਰਹਿ ਕੇ, ਆਪਣੇ ਹੀ ਕਸ਼ਮੀਰ ਦੇ ਵਿੱਚ ਰਹਿ ਕੇ ਅਚੀਵ ਕਰੇ ਜੋ ਉਹ ਕਰ ਸਕਦਾ ਹੈ, ਜੋ ਸਾਡੀ ਕਮਿਊਨਿਟੀ ਦੇ ਲਈ, ਸਾਡੇ ਲੋਕਾਂ ਦੇ ਲਈ, ਸਾਡੇ EMPLOYEES ਦੇ ਲਈ ਹੋ ਸਕਦਾ ਹੈ। ਤਾਂ ਮੈਂ ਹੁਣ ਚਾਹਾਂਗੀ ਕਿ ਸ਼ਾਇਦ ਕੋਈ ਇਹੋ ਜਿਹੀ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ, ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ, ਮੈਂ ਕਹੂੰਗੀ ਕਿ ਇੱਕ ਲਾਹੇਵੰਦ ਸੈਸ਼ਨ ਹੋਵੇ ਇਹ। ਜੀ, ਮੈਂ ਆਪਣੀ ਕਮਿਊਨਿਟੀ ਦੇ ਵਰਕਿੰਗ ਕਮਿਊਨਿਟੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ
All Sikh Minority Employees Association ਦਾ ਪਲੇਟਫਾਰਮ ਤੁਹਾਡਾ ਆਪਣਾ ਪਲੇਟਫਾਰਮ ਹੈ, ਤੁਸੀਂ ਜੁੜੋ, ਸਾਨੂੰ ਗਾਈਡ ਕਰੋ। We are here as a team, ਸਾਨੂੰ ਗਾਈਡ ਕਰੋ, ਸਾਨੂੰ ਕਿਦਾਂ ਕੰਮ ਕਰਨਾ ਚਾਹੀਦਾ ਹੈ, ਸਾਡੇ ਕੀ ਇਸ਼ੂਜ਼ ਨੇ ਉਹ ਸਾਡੇ ਤੱਕ ਪਹੁੰਚਾਓ, ਸੋ ਦੈਟ ਕਿ ਅਸੀਂ ਐਡਮਿਨਿਸਟ੍ਰੇਸ਼ਨ ਅੱਗੇ ਉਹ ਪੁਆਇੰਟਸ ਰੱਖੀਏ। ਐਂਡ ਅਸੀਂ ਫੋਰਚੂਨੇਟ ਹਾਂ ਕਿ ਸਾਡੀ ਇਟਸ ਆਲਮੋਸਟ 6 months old ਆਰਗੇਨਾਈਜੇਸ਼ਨ ਜਿਹੜੇ ਅਸੀਂ ਇਸ ਲੈਵਲ ਤੇ ਪਹੁੰਚ ਗਏ ਹਾਂ ਕਿ ਗਵਰਨਮੈਂਟ ਸਾਨੂੰ ਕੰਸੀਡਰ ਕਰ ਰਹੀ ਹੈ। ਤੇ ਉਹ ਪੋਸੀਬਲ ਇਹਦਾ ਸਿਰਫ ਔਰ ਸਿਰਫ ਇਸ ਕਰਕੇ ਹੋਇਆ ਕਿ ਵੀ ਹੈਵ ਸਟਰੋਂਗ ਬੌਂਡ ਕ੍ਰੀਏਟ ਹੋਇਆ ਸਾਡੇ EMPLOYEES ਕਮਿਊਨਿਟੀ ਵਿੱਚ, ਸੈਂਸ ਆਫ ਪੋਜ਼ਿਟਿਵਿਟੀ ਆਈ ਹੈ। ਤੇ ਇਹਨੂੰ ਅਸੀਂ ਐਨਲਾਰਜ ਕਰਨਾ ਹੈ, ਇਸ ਸਰਕਲ ਨੂੰ ਅਸੀਂ ਹੋਰ ਵੱਡਾ ਕਰਨਾ ਹੈ। ਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਸਾਡੀ ਕੁਝ ਮੀਟਿੰਗਸ ਹੋ ਰਹੀ ਨੇ, ਸਾਡੇ ਕੁਝ ਇਵੈਂਟਸ ਹੋ ਰਹੇ ਨੇ ਜਿਹਦੇ ਚ ਅਸੀਂ ਸੋਸ਼ਲ ਕਾਜ਼ ਲਈ ਵੀ ਵਰਕ ਕਰ ਰਹੇ ਹਾਂ। ਇਟਸ ਨਾਟ ਜਸਟ ਵੀ ਵਰਕ ਫॉर द EMPLOYEE ਕਮਿਊਨਿਟੀ ਓਨਲੀ। ਸਾਡੇ ਕਾਫੀ ਸਾਰਾ ਯੂਥ ਡਰੱਗਸ ਤੇ ਜਾ ਰਿਹਾ, we are working for that also। ਅਸੀਂ ਕਾਉਂਸਲਿੰਗ ਸੈਸ਼ਨ ਹੈਲਡ ਕੀਤੇ ਨੇ ਪਿੱਛੇ, ਹੁਣ ਅੱਗੇ ਵੀ ਸਾਡਾ ਪਲਾਨ ਹੈ ਕਿ we'll hold further sessions। ਸਾਡਾ ਡੋਮੈਸਟਿਕ ਵਾਇਲੈਂਸ ਬਹੁਤ बढ़ ਰਿਹਾ ਹੈ, ਉਹਦੇ ਉੱਪਰ ਵੀ ਅਸੀਂ ਅਥਾਰਟੀਜ਼ ਨਾਲ ਗੱਲ ਕਰਕੇ we have counselors there, ਉਹ ਅਸੀਂ ਐਡਰੈਸ ਕੀਤੇ ਇਸ਼ੂਜ਼। ਹੋਰ ਆਉਣ ਵਾਲੇ ਅਗਲੇ ਵੀਕ ਵਿੱਚ ਸਾਡੇ ਕੁਝ ਪਲਾਨਸ ਨੇ, ਤੇ ਮੈਂ ਚਾਹਾਂਗੀ ਕਿ ਅਸੀਂ ਉਹ ਮੈਸੇਜ ਫਲੋਟ ਕਰਾਂਗੇ ਤਾਂ ਵੱਧ ਤੋਂ ਵੱਧ ਜਿਹੜੇ ਸਾਡੇ EMPLOYEES ਨੇ ਉਸ ਵਿੱਚ ਪਾਰਟਿਸਿਪੇਟ ਕਰਨ। ਜਸਟ ਇਹ ਨਾ ਸੋਚਣ ਕਿ ਆਈ ਐਮ ਰਿਪਰੈਜ਼ੈਂਟਿੰਗ ਦੈਟ ਜਾਂ ਕੋਈ ਹੋਰ ਰਿਪਰੈਜ਼ੈਂਟ ਕਰੇ। ਦੇ ਸ਼ੁਡ ਕੰਸੀਡਰ ਇਟ ਕਿ ਇਹ ਸਾਡਾ ਪਲੇਟਫਾਰਮ ਹੈ, ਇਟਸ ਆਰ ਥਿੰਗ ਐਂਡ ਵੀ ਸ਼ੁਡ ਕੰਟਰੀਬਿਊਟ ਟੂ ਇਟ just for our own benefits। That's my message to the government। And one more thing, ਸਾਡੀ ਕਸ਼ਮੀਰੀਆਂ ਦੀ ਪੰਜਾਬੀ ਜਿਹੜੀ ਹੈ ਉਹ ਥੋੜਾ ਪਹਾੜੀ, we have more of the ਪਹਾੜੀ influence and ਮੇਰੀ ਪੰਜਾਬੀ ਥੋੜਾ ਪੰਜਾਬੀ ਤੁਸੀਂ ਮੈਨੂੰ ਸਟਾਰਟਿੰਗ ਦੇ ਵਿੱਚ ਕਿਹਾ, ਲੇਕਿਨ ਤੁਸੀਂ ਬਹੁਤ ਵਧੀਆ ਪੰਜਾਬੀ ਬੋਲੀ ਹੈ। ਔਰ ਤੁਹਾਡੇ ਇੰਨੇ ਸਾਰੇ ਇਨੀਸ਼ੀਏਟਿਵਸ ਤੋਂ ਹੀ ਮੈਨੂੰ ਯਾਦ ਆਇਆ ਕਿ ਖਾਸ ਤੌਰ ਦੇ ਉੱਤੇ ਤੁਸੀਂ ਵੀ ਇੱਕ ਵਿਊਮਨ ਹੋ, ਰਾਈਟ? ਤੁਸੀਂ ਵੀ ਇੱਕ ਔਰਤ ਹੋ, ਤਾਂ ਖਾਸ ਤੌਰ ਦੇ ਉੱਤੇ ਕੀ ਐਸਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਲਈ ਵਿਊਮਨ ਇੰਪਾਵਰਮੈਂਟ ਦੇ ਲਈ ਜਾਂ ਔਰਤਾਂ ਦੇ ਲਈ ਖਾਸ ਤੌਰ ਦੇ ਉੱਤੇ ਸਾਡੀ ਕਮਿਊਨਿਟੀ ਜਾਂ ਕਸ਼ਮੀਰ ਦੇ ਵਿੱਚ ਔਰਤਾਂ ਦੇ ਲਈ ਕੁਝ ਖਾਸ? ਵੈਲ ਤੁਸੀਂ ਅਵੇਅਰ ਹੋ ਕਿ ਸਾਡੇ ਪਾਰਲੀਮੈਂਟ ਵਿੱਚ ਵੂਮਨ ਬਿੱਲ ਦਾ ਬੜਾ ਚਰਚਾ ਚੱਲ ਰਿਹਾ ਹੈ, everybody is talking about that। ਤੇ ਇਹ ਇੱਕ ਜਿਹੜੀ ਸਾਡੇ ਸੋਸਾਇਟੀ ਵਿੱਚ ਐਸੀ ਲਰਨਡ ਲੇਡੀਜ਼ ਨੇ, ਦੇ ਆਰ ਹੋਲਡਿੰਗ ਬੜੀ ਪ੍ਰੈਸਟੀਜੀਅਸ ਪੋਜੀਸ਼ਨ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਸਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ, ਸੋ ਦੈਟ we have ਕਿ ਸਾਡੇ ਲਈ ਕੋਈ ਹੈ। It's not for women only, I promote women because being a woman I have always soft corner for women, but hai ki we have so many male members ਜਿਹੜੇ ਸਾਡੇ society ਨੂੰ ਇਤਨਾ ਕੁਝ contribute ਕਰ ਰਹੇ ਹਨ। We have literature, people related with literature, we have people related with science, we have people related with agriculture, we have very good doctors in our society, in our community, and they all should come forward and guide us ਕਿ ਉਹ ਸਾਨੂੰ represent ਕਰਨ ਤੇ ਅਸੀਂ ਉਹਨਾਂ ਦੇ ਨਾਲ ਆ। And it's women folk to मैं यो कहनी है कि please come forward and we have more power in our system and in our society। ਐਂਡ ਮੈਂ ਵੀ ਜ਼ਰੂਰ ਇੱਥੇ ਮੈਸੇਜ ਦੇਣਾ ਚਾਹੂੰਗੀ, ਕਿਉਂਕਿ ਮੋਸਟ ਆਫ ਦਾ ਟਾਈਮ ਇਹੀ ਹੁੰਦਾ ਹੈ ਕਿ ਚਾਹੇ ਉਹ ਔਰਤਾਂ ਅੱਗੇ ਆਉਣ, ਚਾਹੇ ਕੋਈ ਵੀ ਅਗਰ ਸੁਸਾਇਟੀ ਦੇ ਵਿੱਚ ਆ ਕੇ ਕੁਝ ਕਰਨਾ ਚਾਹੁੰਦਾ ਹੈਗਾ, ਤਾਂ ਉਹਦੇ ਲਈ ਆਪਾਂ ਉਹਦੀਆਂ ਕਮੀਆਂ ਜਾਂ ਉਹਦੇ ਵਿੱਚ ਜੋ ਲੈਗ ਪੁਲਿੰਗ ਦੇ ਇਲਾਵਾ ਮੈਨੂੰ ਲੱਗਦਾ ਹੈ ਕਿ ਸਾਨੂੰ ਜੇਕਰ ਕਿਤੇ ਕੋਈ ਗਲਤ ਹੈ ਤਾਂ ਉਹਨੂੰ ਗਾਈਡ ਕਰਕੇ ਉਹਦਾ ਸਾਥ ਦੇਣ ਦੀ ਜਿਹੜੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ, ਰਾਈਟ? ਕਿ ਸਾਨੂੰ ਕ੍ਰਾਮ ਦਾ ਬੋਟਲ ਵਾਲੀ ਕਹਾਣੀ ਨਹੀਂ ਹੋਣੀ ਚਾਹੀਦੀ। we need to promote each other। ਸਾਨੂੰ ਇੱਕ ਦੂਜੇ ਦੀ ਸਟਰੈਂਥ ਬਣਨੀ ਹੈ। if we have women folk ਹੈ, ਅੱਗੇ ਕੋਈ ਕਰ ਰਿਹਾ ਹੈ ਜਾਂ ਮੇਲ, anybody who is working good for the society, let's talk good about him। let's not pick up the bad things about him कि यार और हर कि यार आ गई है क्या करेगी, ऐसे ना ਜਿਹੜਾ ਸਾਡਾ ਇੱਕ particular mindset ਹੁੰਦਾ है। It's time has changed, world is changing, you are sitting there, I am here, we are talking, it's a globally connected world। get out of that negativity, let's build more stronger Sikh community, being in Srinagar or being in Canada, we should work to build our community more strong। ਬਿਲਕੁਲ ਬਿਲਕੁਲ, ਬਹੁਤ ਵਧੀਆ ਹੈ ਨਾ। ਇਹ ਹੈਗਾ, ਖੁਸ਼ੀ ਵੀ ਹੁੰਦੀ ਹੈ ਕਿ ਚਲੋ ਸਾਡੇ ਖਾਸ ਤੌਰ ਦੇ ਉੱਤੇ ਮੈਨੂੰ ਤਾਂ ਜ਼ਿਆਦਾ ਬਹੁਤ ਹੁੰਦਾ ਹੈ ਕਿ ਵਿਮਨਸ ਇੰਪਾਵਰਮੈਂਟ, ਕਿ ਅਸੀਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲੈ ਕੇ ਜਾਈਏ, ਕਿਉਂਕਿ ਸਾਡੇ ਦਾ ਧਰਮ ਦੇ ਵਿੱਚ ਵੀ ਤੁਸੀਂ ਦੇਖਿਆ ਔਰਤ ਨੂੰ ਕਿੰਨਾ ਉੱਚ ਦਾ ਦਰਜਾ ਦਿੱਤਾ ਗਿਆ ਹੈਗਾ ਵਾ। ਤੇ ਬਹੁਤ ਵਧੀਆ। ਔਰ ਆਪਾਂ ਉਮੀਦ ਵੀ ਕਰਦੇ ਆ ਜੋ ਸੋਚ ਲੈ ਕੇ ਤੁਸੀਂ, ਜੋ ਐਸੋਸੀਏਸ਼ਨ ਤੁਹਾਡੀ ਕੰਮ ਕਰਨਾ ਚਾਹੁੰਦੀ ਹੈ, ਕੰਮ ਕਰ ਰਹੀ ਹੈ ਜਾਂ ਅੱਗੇ ਕੰਮ ਕਰੇਗੀ, ਹੈ ਨਾ, ਉਹ ਜੇਕਰ ਤੁਹਾਡੇ ਤੋਂ ਕੋਈ ਉਮੀਦ ਲਗਾਈ ਹੈ ਜਾਂ ਤੁਸੀਂ ਕਿਸੇ ਦੇ ਲਈ ਉਮੀਦ ਦੀ ਕਿਰਨ ਬਣ ਪਾ ਰਹੇ ਹੋ,
ਤਾਂ ਉਹ ਜ਼ਰੂਰ ਤੁਸੀਂ ਉਸ ਕੰਮ ਦੇ ਵਿੱਚ ਕਾਮਯਾਬ ਹੋਵੋ। ਔਰ ਮੈਂ ਅਖੀਰ ਦੇ ਵਿੱਚ ਤੁਹਾਡਾ ਬਹੁਤ ਧੰਨਵਾਦ ਕਰੂੰਗੀ ਕਿ Thank ਤੁਸੀਂ you. ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢਿਆ ਗੱਲਬਾਤ ਕਰਨ ਦੇ ਲਈ, ਤੇ Pleasure. ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। Thank you, Raman. Thank you. I know sada time difference hai. You are there in Canada and I'm here in Kashmir. So thank you so much. Thank you so ਨਹੀਂ much ਜੀ, for ਮੇਰਾ having ਤੇ me on ਦੇਣ this ਆ show. ਜੀ, ਮੇਰਾ ਦੇਣ ਆ, ਤੇ ਮੁਸ਼ਕਿਲ ਤੁਹਾਨੂੰ ਹੀ ਹੋਈ ਹੈ ਕਿਉਂਕਿ No, ਜੀ it's ਬਹੁਤ a ਧੰਨਵਾਦ pleasure ਜੀ। talking ਸਤਿ to ਸ਼੍ਰੀ you. ਅਕਾਲ ਜੀ। Thank you. Sat Shri Akal.